बच्चों आज ਅਸੀਂ ਪੜਾਂਗੇ ਐਕਸੈਸ ਪ੍ਰੈਸ਼ਰ ਇਨਸਾਈਡ ਏ ਲਿਕੁਇਡ ਡ੍ਰੌਪ। ਠੀਕ ਹੈ, ਕੰਸੀਡਰ ਮਤਲਬ ਜਿਹੜੀ ਇੱਕ ਲਿਕੁਇਡ ਡ੍ਰੌਪ ਹੁੰਦੀ ਆ, ਠੀਕ ਹੈ, ਉਸ ਵਿੱਚ ਕੀ ਹੁੰਦਾ, उसदे ਵਿੱਚ ਸਰਫੇਸ ਟੈਂਸ਼ਨ ਜਿਹੜੀ ਐਕਟ ਕਰਦੀ ਹੈ ਇਨਵਰਡ। ਠੀਕ ਹੈ, ਤਾਂ ਕਰਕੇ ਉਹ ਜਿਹੜਾ ਹੈ ਕਿ ਮਿਨੀਮਮ ਏਰੀਆ ਰਿਕੁਆਇਰ ਕਰਦੀ ਆ। ਕੰਸੀਡਰਿੰਗ ਲਿਕੁਇਡ drop of radius r, the molecule lying on the surface of liquid drop due to surface tension will experience resultant force acting inward। ਉਹਦੇ ਵਿੱਚ ਇੱਕ ਇਨਵਰਡ ਫੋਰਸ ਜਿਹੜੀ ਹੈਗੀ ਆ ਜਿਹੜੀ ਲੱਗਦੀ ਆ, ਕਿਉਂ ਲੱਗਦੀ ਆ, ਡਿਊ ਟੂ ਸਰਫੇਸ ਟੈਂਸ਼ਨ, ਤਾਂ ਕਿ ਉਹ ਮਿਨੀਮਮ ਏਰੀਆ ਐਕਵਾਇਰ ਕਰੇ। ਪੈਰਪੈਂਡੀਕੂਲਰ ਟੂ ਦਾ ਸਰਫੇਸ ਹੁੰਦੀ ਹੈ ਫੋਰਸ। ਠੀਕ ਹੈ, ਸਿੰਸ ਇਹ ਸਾਈਜ਼ ਮਤਲਬ ਇਹ ਫੋਰਸ ਹੋਣ ਦੇ ਬਾਵਜੂਦ ਵੀ ਜਿਹੜਾ ਲਿਕੁਇਡ ਦਾ ਜਿਹੜਾ ਡ੍ਰੌਪ ਦਾ ਜਿਹੜਾ ਸਾਈਜ਼ ਆ ਉਹ ਜ਼ੀਰੋ ਨਹੀਂ ਹੁੰਦਾ ਹੈਗਾ। ਠੀਕ ਹੈ, ਡਿਊ ਟੂ ਫੋਰਸ ਆਫ ਸਰਫੇਸ ਟੈਂਸ਼ਨ ਦੇਅਰਫੋਰ ਦਾ ਪ੍ਰੈਸ਼ਰ ਇਨਸਾਈਡ। ਸਰਫੇਸ ਟੈਂਸ਼ਨ ਦੇ ਕਰਕੇ ਇਹ ਸਰਫੇਸ ਟੈਂਸ਼ਨ ਜਿਹੜੀ ਇਨਵਰਡ ਲੱਗਦੀ ਆ। ਠੀਕ ਹੈ, ਸਰਫੇਸ ਟੈਂਸ਼ਨ ਦੇ ਕਰਕੇ ਕੀ ਹੁੰਦਾ, ਜਿਹੜੀ ਹੈਗੀ ਆ ਅੰਦਰਲਾ ਪ੍ਰੈਸ਼ਰ ਆ ਜਿਹੜਾ ਬਾਹਰਲੇ ਪ੍ਰੈਸ਼ਰ ਦੇ ਨਾਲੋਂ ਜ਼ਿਆਦਾ ਹੁੰਦਾ। ਹੁਣ ਜਦੋਂ ਜਿਹੜੇ ਸਾਈਡ ਜਿਹੜਾ ਹੈਗਾ ਪ੍ਰੈਸ਼ਰ ਜ਼ਿਆਦਾ ਹੋਊਗਾ, ਜਿਵੇਂ ਅੰਦਰ ਪ੍ਰੈਸ਼ਰ ਜ਼ਿਆਦਾ ਆ ਅਤੇ ਉੱਪਰ ਜਿਹੜਾ ਹੈਗਾ ਪ੍ਰੈਸ਼ਰ ਜਿਹੜਾ ਹੈਗਾ ਘੱਟ ਆ, ਤਾਂ ਜਿਹੜੀ ਇਹ ਕੋਈ ਵੀ ਚੀਜ਼ ਆ ਜਦੋਂ ਇਸ ਤਰ੍ਹਾਂ ਹੋਵੇ ਵੀ ਪ੍ਰੈਸ਼ਰ ਦੀ ਸਾਈਡ ਘੱਟ ਹੁੰਦਾ ਤਾਂ ਜਿਹੜੀ ਕੋਈ ਵੀ ਚੀਜ਼ ਆ ਉਸ ਸਾਈਡ ਵੱਲ ਮੂਵ ਕਰਦੀ ਆ। ਮਤਲਬ ਇੱਕ ਪਾਸੇ ਪ੍ਰੈਸ਼ਰ ਜ਼ਿਆਦਾ ਆ, ਇੱਕ ਪਾਸੇ ਪ੍ਰੈਸ਼ਰ ਘੱਟ ਆ, ਤਾਂ ਜਿਹੜੀ ਕੋਈ ਵੀ ਚੀਜ਼ ਆ ਉਹ ਜਦੋਂ ਮੂਵ ਕਰਦੀ ਆ ਉਹ ਤਾਂ ਜ਼ਿਆਦਾ ਪ੍ਰੈਸ਼ਰ ਤੋਂ ਘੱਟ ਪ੍ਰੈਸ਼ਰ ਵੱਲ ਜਿਹੜੀ ਹੈਗੀ ਆ ਮੂਵ ਕਰਦੀ ਹੈ। ਇਸ ਲਈ ਜਿਹੜੀ ਹੈਗੀ ਆ ਇਸ ਦਾ ਜਿਹੜਾ ਸਾਈਜ਼ ਆ ਇਨਕਰੀਜ਼ ਹੋ ਜਾਂਦਾ। ਠੀਕ ਹੈ, therefore the pressure inside the drop must be greater than the pressure outside it। the excess of pressure inside the drop will provide a force। ਤਾਂ ਉਹਦੇ ਵਿੱਚ ਫੋਰਸ ਜਿਹੜੀ ਅੰਦਰਲਾ ਪ੍ਰੈਸ਼ਰ ਹੁੰਦਾ ਉਹ ਬਾਹਰ ਵੱਲ ਨੂੰ ਇੱਕ ਫੋਰਸ ਜਿਹੜਾ ਹੈਗਾ ਆਊਟਵਰਡ ਫੋਰਸ ਜਿਹੜੀ ਹੈਗੀ ਆ ਐਕਟ ਹੁੰਦੀ ਹੈ ਕਰਦਾ ਪ੍ਰੋਵਾਈਡ ਕਰਦਾ। ਠੀਕ ਹੈ, ਜਿਹਦੇ ਨਾਲ ਜਿਹੜਾ ਹੈਗਾ ਉਹਦਾ ਸਾਈਜ਼ ਜਿਹੜਾ ਇਨਕਰੀਜ਼ ਹੋ ਜਾਂਦਾ। ਟੂ ਕਾਊਂਟਰ ਬੈਲੈਂਸ ਦਾ ਰਿਜ਼ਲਟਡ ਫੋਰਸ ਡਿਊ ਟੂ ਸਰਫੇਸ ਟੈਂਸ਼ਨ। ਅਤੇ ਲਿਕੁਇਡ ਡ੍ਰੌਪ ਕੀ ਹੋ ਜਾਂਦਾ, ਇਕੁਲਿਬਰੀਅਮ ਦੇ ਵਿੱਚ ਹੋ ਜਾਂਦਾ। ਮਤਲਬ ਇੱਕ ਅੰਦਰ ਨੂੰ ਪ੍ਰੈਸ਼ਰ ਫੋਰਸ ਲੱਗ ਰਹੀ ਹੈ ਜਿਹੜੀ ਹੈਗੀ ਆ ਸਰਫੇਸ ਟੈਂਸ਼ਨ। ਠੀਕ ਹੈ, ਅਤੇ ਇੱਕ ਬਾਹਰ ਨੂੰ ਜਿਹੜੀ ਹੈਗੀ ਆ ਪ੍ਰੈਸ਼ਰ ਲੱਗ ਰਿਹਾ, ਅੰਦਰਲੇ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਬਾਹਰਲਾ ਪ੍ਰੈਸ਼ਰ ਜਿਹੜਾ ਹੈਗਾ ਘੱਟ ਹੁੰਦਾ। ਤਾਂ ਇਹ ਜਿਹੜੀ ਫੋਰਸ ਆ ਜਿਹੜੀ ਬਾਹਰ ਵੱਲ ਨੂੰ ਲੱਗਦੀ ਆ ਅਤੇ ਸਰਫੇਸ ਟੈਂਸ਼ਨ ਅੰਦਰ ਵੱਲ ਨੂੰ ਲੱਗਦੀ ਆ। ਇਸ ਤਰ੍ਹਾਂ ਇਹ ਜਿਹੜੀ ਦੋਨੇ ਫੋਰਸ ਨੇ ਜਿਹੜੀਆਂ ਕੀ ਹੋ ਜਾਂਦੀਆਂ ਨੇ, ਕਾਊਂਟਰ ਬੈਲੈਂਸ ਹੋ ਜਾਂਦੀਆਂ ਨੇ। ਠੀਕ ਹੈ, ਅਤੇ ਜਿਹੜਾ ਲਿਕੁਇਡ ਡ੍ਰੌਪ ਹੁੰਦੀ ਆ ਉਹ ਇਕੁਲਿਬਰੀਅਮ ਦੇ ਵਿੱਚ ਆ ਜਾਂਦਾ। ਐਸ ਕੀ ਹੈ ਇਹਦੇ ਵਿੱਚ ਆਪਣੇ ਕੋਲ ਸਰਫੇਸ ਟੈਂਸ਼ਨ ਆ ਲਿਕੁਇਡ ਡ੍ਰੌਪ ਦੀ, ਅਤੇ ਪੀ ਡੋਟ ਕੀ ਹੁੰਦਾ ਐਟਮੋਸਫੇਰਿਕ ਪ੍ਰੈਸ਼ਰ ਆ। ਮਤਲਬ ਆਪਣੇ ਕੋਲ ਇੱਕ ਲਿਕੁਇਡ ਡ੍ਰੌਪ ਦਿਖ ਰਹੀ ਆ ਅਤੇ ਇਹਦੇ ਵਿੱਚ ਇਨਸਾਈਡ ਪ੍ਰੈਸ਼ਰ ਹੋਣ ਕਰਕੇ ਜਿਹੜੀ ਹੈਗੀ ਆ ਫੋਰਸ ਬਾਹਰ ਨੂੰ ਲੱਗਦੀ ਆ। ਠੀਕ ਹੈ, ਅਤੇ ਇਹਨਾਂ ਜਿਹੜੀ ਹੈਗੀ ਆ ਇਨਸਾਈਡ ਸਰਫੇਸ ਟੈਂਸ਼ਨ ਐਸ ਹੁੰਦੀ ਆ, ਅਤੇ ਜਿਹੜਾ ਅੰਦਰ ਪ੍ਰੈਸ਼ਰ ਹੁੰਦਾ ਪੀ ਹੁੰਦਾ, ਬਾਹਰ ਐਟਮੋਸਫੇਰਿਕ ਪ੍ਰੈਸ਼ਰ ਹੁੰਦਾ। ਪੀ ਡੋਟ ਜਿਹੜਾ ਹੈਗਾ ਐਟਮੋਸਫੇਰਿਕ ਪ੍ਰੈਸ਼ਰ ਕਿਹਾ ਗਿਆ, ਪੀ ਆਈ ਜਿਹੜਾ ਹੈਗਾ ਉਹ ਇਨਸਾਈਡ ਪ੍ਰੈਸ਼ਰ ਆ ਲਿਕੁਇਡ ਡ੍ਰੌਪ ਦੇ। ਤਾਂ ਐਕਸੈਸ ਆਫ ਪ੍ਰੈਸ਼ਰ ਕੀ ਹੋਊਗਾ, ਅੰਦਰਲਾ ਪ੍ਰੈਸ਼ਰ ਜ਼ਿਆਦਾ ਆ ਤਾਂ ਪੀ ਆਈ ਦੇ ਵਿੱਚੋਂ ਪੀ ਡੋਟ ਘਟਾਵਾਂਗੇ ਤਾਂ ਕੀ ਆ ਜਾਊਗਾ ਆਪਣੇ ਕੋਲ ਐਕਸੈਸ ਆਫ ਪ੍ਰੈਸ਼ਰ ਹੋ ਜਾਊਗਾ। ਅਤੇ ਇਸ ਐਕਸੈਸ ਆਫ ਪ੍ਰੈਸ਼ਰ ਦੇ ਕਰਕੇ ਲੈਟ ਦੇਅਰ ਵੀ ਇਨਕਰੀਜ਼ ਇਨ ਰੇਡੀਅਸ। ਉਹਦੇ ਪ੍ਰੈਸ਼ਰ ਇਨਕਰੀਜ਼ ਦੇ ਕਰਕੇ ਇਹ ਪ੍ਰੈਸ਼ਰ ਜਿਹੜਾ ਹੈਗਾ ਜ਼ਿਆਦਾ ਹੁੰਦਾ, ਅੰਦਰ ਵਾਲਾ ਜ਼ਿਆਦਾ ਹੁੰਦਾ, ਬਾਹਰ ਵਾਲਾ ਘੱਟ ਹੁੰਦਾ। ਅੰਦਰ ਪ੍ਰੈਸ਼ਰ ਕਿਉਂ ਹੁੰਦਾ, ਸਰਫੇਸ ਟੈਂਸ਼ਨ ਦੇ ਕਰਕੇ ਅੰਦਰਲਾ ਪ੍ਰੈਸ਼ਰ ਜ਼ਿਆਦਾ ਹੁੰਦਾ। ਕੋਈ ਵੀ ਚੀਜ਼ ਜਿਹੜੀ ਆ ਜ਼ਿਆਦਾ ਪ੍ਰੈਸ਼ਰ ਤੋਂ ਘੱਟ ਪ੍ਰੈਸ਼ਰ ਵੱਲ ਜਾਊਗੀ, ਤਾਂ ਕਰਕੇ ਇਹਦਾ ਰੇਡੀਅਸ ਜਿਹੜਾ ਹੈਗਾ ਕੁਛ ਇਨਕਰੀਜ਼ ਹੋ ਜਾਂਦਾ। ਇਹ ਜਿਹੜਾ ਵੀ ਇਹਦਾ ਰੇਡੀਅਸ ਆ ਉਹ ਡੈਲਟਾ ਆਰ ਜਿਹੜਾ ਹੈਗਾ ਹੋਰ ਇਨਕਰੀਜ਼ ਸਮਾਲ ਇਨਕਰੀਜ਼ ਆ ਜਾਂਦੀ ਹੈ ਇਹਦੇ ਵਿੱਚ ਡੈਲਟਾ ਆਰ ਦੀ। ਠੀਕ ਹੈ, ਟੈਲ ਵਰਕ ਡਨ ਬਾਏ ਦਾ ਐਕਸੈਸ ਪ੍ਰੈਸ਼ਰ। ਇਹਦੇ ਜਿਹੜੀ ਐਕਸੈਸ ਪ੍ਰੈਸ਼ਰ ਹੁੰਦਾ ਉਹਦੇ ਦੁਆਰਾ ਜਿਹੜਾ ਵਰਕ ਡਨ ਕੀਤਾ ਜਾਂਦਾ ਕਿਹਦੇ ਇਕੁਅਲ ਆ ਟੂ ਇਨਕਰੀਜ਼ ਦਾ ਏਰੀਆ ਇਨਕਰੀਜ਼ ਦਾ ਰੇਡੀਅਸ ਆਫ ਦਾ ਲਿਕੁਇਡ ਡ੍ਰੌਪ। ਵਰਕ ਡਨ ਕਿੰਨਾ ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਕੀ ਹੁੰਦੀ ਆ, ਐਕਸੈਸ ਪ੍ਰੈਸ਼ਰ ਹੋ ਗਿਆ ਅਤੇ ਮਲਟੀਪਲਾਈ ਏਰੀਆ। ਫੋਰਸ ਹੁੰਦਾ ਪ੍ਰੈਸ਼ਰ ਇਨਟੂ ਏਰੀਆ, ਮਤਲਬ ਐਕਸੈਸ ਪ੍ਰੈਸ਼ਰ ਹੋ ਗਿਆ ਅਤੇ ਏਰੀਆ। ਡਿਸਪਲੇਸਮੈਂਟ ਹੁੰਦਾ ਜਿਹੜਾ ਇਹਦੇ ਰੇਡੀਅਸ ਇਨਕਰੀਜ਼ ਹੋਇਆ। ਪ੍ਰੈਸ਼ਰ ਹੁੰਦਾ ਪੀ। ਠੀਕ ਹੈ, ਏਰੀਆ ਕੀ ਆ ਸਰਕਲ ਦਾ। ਇਸ ਲਿਕੁਇਡ ਡ੍ਰੌਪ ਜਿਹੜੀ ਸਫੈਰੀਕਲ ਨੇਚਰ ਆ, ਸਫੀਅਰ ਦਾ ਏਰੀਆ ਕੀ ਹੁੰਦਾ 4πr², ਅਤੇ ਰੇਡੀਅਸ ਦੇ ਵਿੱਚ ਜਿਹੜਾ ਇਨਕਰੀਜ਼ ਹੋਇਆ ਉਹ ਡੈਲਟਾ ਆਰ ਆ। ਠੀਕ ਹੈ, ਇਨਕਰੀਜ਼ ਸਰਫੇਸ ਏਰੀਆ ਆਫ ਦਾ ਡ੍ਰੌਪ ਕੀ ਹੁੰਦਾ, ਜਿਹੜਾ ਸਰਫੇਸ ਏਰੀਆ ਡ੍ਰੌਪ ਇਨਕਰੀਜ਼ ਦਾ ਕਿੰਨਾ ਇਨਕਰੀਜ਼ ਹੋਇਆ, ਜਿਹੜੀ ਡ੍ਰੌਪ ਹੁੰਦੀ ਆ ਲਿਕੁਇਡ ਦੀ ਡ੍ਰੌਪ ਹੁੰਦੀ ਆ ਉਹਦਾ ਸਰਫੇਸ ਏਰੀਆ ਕਿੰਨਾ ਇਨਕਰੀਜ਼ ਹੋਇਆ। ਆਪਾਂ ਕਿਵੇਂ ਕੱਢ ਸਕਦੇ ਹਾਂ ਕਿ ਤਾਂ ਫਾਈਨਲ ਸਰਫੇਸ ਏਰੀਆ ਦੇਖਾਂਗੇ ਜਿਹੜਾ ਇਨਕਰੀਜ਼ ਹੋਣ ਤੋਂ ਬਾਅਦ ਹੋਇਆ, ਅਤੇ ਇਨੀਸ਼ੀਅਲ ਸਰਫੇਸ ਏਰੀਆ ਕਿੰਨਾ ਸੀ। ਫਾਈਨਲ ਸਰਫੇਸ ਏਰੀਆ ਦੇ ਵਿੱਚ ਆਪਣੇ ਕੋਲ ਉਹੀ 4π ਜਿਹੜਾ ਮਤਲਬ ਇਨੀਸ਼ੀਅਲ ਸਰਫੇਸ ਏਰੀਆ ਉਹ ਹੈਗਾ 4πr²। ਫਾਈਨਲ ਦੇ ਵਿੱਚ ਆਪਾਂ ਆਰ ਦੇ ਨਾਲ ਡੈਲਟਾ ਆਰ ਜਿਹੜਾ ਹੈਗਾ ਪਲੱਸ ਕਰ ਦਾਂਗੇ 4πr ਪਲੱਸ ਡੈਲਟਾ ਆਰ ਦੀ ਸਕੇਅਰ 4πr² 2r ਡੈਲਟਾ ਆਰ ਪਲੱਸ ਡੈਲਟਾ ਆਰ ਦੀ ਸਕੇਅਰ ਇਹਨਾਂ ਦੀ ਜਿਹੜੀ ਹੈਗੀ ਆ ਸਕੇਅਰ ਕਰਤੀ ਮਾਈਨਸ ਆਰ ਦੀ ਸਕੇਅਰ। ਠੀਕ ਹੈ, ਤਾਂ ਇਹ ਆਰ ਸਕੇਅਰ ਨਾਲ ਆਰ ਸਕੇਅਰ ਕੱਟ ਹੋ ਗਿਆ।
ਤੇ ਉਸ ਤੋਂ ਬਾਅਦ 8 ਪਾਈ ਤੇ 2r 4 ਪਾਈ ਦੇ ਨਾਲ ਜਿਹੜਾ ਹੈਗਾ ਮਲਟੀਪਲਾਈ ਕਰਕੇ ਕੀ ਆ ਗਿਆ 2 4 ਦਾ 8 r ਡੈਲਟਾ r ਤੇ ਉਸ ਤੋਂ ਬਾਅਦ ਡੈਲਟਾ r ਸਕੁਆਇਰ ਜਿਹੜੇ ਕਿ ਬਹੁਤ ਜ਼ਿਆਦਾ ਸਮੋਲ ਹੁੰਦੀ ਹੈ, ਨਿਗਲੈਕਟ ਕਰ ਦਾਂਗੇ। ਡੈਲਟਾ r ਸਕੁਆਇਰ ਜਿਹੜਾ ਹੈਗਾ ਨਿਗਲੈਕਟ ਹੋ ਗਿਆ, ਠੀਕ ਹੈ, ਕਿਉਂਕਿ ਇਹ ਜਿਹੜਾ ਏਰੀਆ ਜਿਹੜਾ ਹੈ ਇਨਕਰੀਜ਼ ਹੋਇਆ ਬਹੁਤ ਸਮੋਲ ਇਨਕਰੀਜ਼ ਹੋਇਆ। ਅਤੇ ਜੇ ਉਹ ਕੋਈ ਬਹੁਤ ਜ਼ਿਆਦਾ ਸਮੋਲ ਚੀਜ਼ ਆ ਜਿਵੇਂ 0.01 ਆ, ਜੇ ਉਹਦਾ ਆਪਾਂ ਸਕੇਅਰ ਕਰਾਂਗੇ ਤਾਂ ਉਦੋਂ ਵੀ ਸਮੋਲ ਹੋ ਜੂ। ਹੁਣ 0.01 ਦਾ ਸਕੇਅਰ ਕਰੋ ਤਾਂ 0.0001 ਐਵੇਂ ਕੁਛ ਆ ਜੂਗਾ, ਮਤਲਬ ਉਸ ਤੋਂ ਵੀ ਛੋਟਾ ਹੋਊਗਾ, ਠੀਕ ਹੈ। ਤਾਂ ਜਿਹੜੀ ਹੈਗੀ ਆ ਇਹ ਚੀਜ਼ ਆ ਜਿਹੜੀ ਮਤਲਬ ਡੈਲਟਾ r ਸਕੁਆਇਰ ਆ ਉਸ ਤੋਂ ਵੀ ਸਮੋਲ ਹੋ, ਇਸ ਲਈ ਆਪਾਂ ਇਹਨੂੰ ਨਿਗਲੈਕਟ ਕਰ ਦਿੰਦੇ ਹਾਂ। ਆਪਣੇ ਕੋਲ ਆ ਜੂਗਾ 4 ਪਾਈ ਅਤੇ 2r ਡੈਲਟਾ r ਨੂੰ ਆਪਾਂ ਮਲਟੀਪਲਾਈ ਕਰਕੇ ਆ ਜਾਊਗਾ ਆਪਣੇ ਕੋਲ 8 ਪਾਈ r ਡੈਲਟਾ r। ਇਹ ਕੀ ਹੁੰਦੀ ਆ ਆਪਣੇ ਕੋਲ ਇਨਕਰੀਜ਼ ਇਨ ਪੋਟੈਂਸ਼ੀਅਲ, ਜਿਹੜਾ ਆਪਣੇ ਕੋਲ ਜਿਹੜਾ ਆਪਾਂ ਵਰਕ ਡਨ ਕਰਦੇ ਹਾਂ ਜਿਹੜਾ ਆਪਾਂ ਵਰਕ ਡਨ ਕਰਦੇ ਹਾਂ ਉਹ ਕਿਹਦੇ ਇਕੁਅਲ ਹੁੰਦਾ, ਇਨਕਰੀਜ਼ ਇਨ ਪੋਟੈਂਸ਼ੀਅਲ ਐਨਰਜੀ ਦੇ ਇਕੁਅਲ ਹੁੰਦਾ। ਤਾਂ ਇਨਕਰੀਜ਼ ਇਨ ਪੋਟੈਂਸ਼ੀਅਲ ਐਨਰਜੀ ਕੀ ਆ ਗਈ, ਇਨਕਰੀਜ਼ ਇਨ ਸਰਫੇਸ ਏਰੀਆ, ਜਿਹੜਾ ਸਰਫੇਸ ਏਰੀਆ ਇਨਕਰੀਜ਼ ਹੋਇਆ ਅਤੇ ਸਰਫੇਸ ਟੈਂਸ਼ਨ। ਮਤਲਬ ਆਪਾਂ ਨੇ ਪਹਿਲਾਂ ਕੀਤਾ ਸੀਗਾ ਵੀ ਜਿਹੜੀ ਵਰਕ ਡਨ ਹੁੰਦਾ ਉਹ ਕਿਹਦੇ ਇਕੁਅਲ ਆ ਜਾਂਦਾ, ਪੋਟੈਂਸ਼ੀਅਲ ਐਨਰਜੀ ਦੇ ਇਕੁਅਲ ਆ ਜਾਂਦਾ। ਅਤੇ ਕਿਹਦੇ ਇਕੁਅਲ ਹੁੰਦਾ ਇਹ ਸਰਫੇਸ ਏਰੀਆ ਦੇ ਇਕੁਅਲ ਜਿਹੜਾ ਇਨਕਰੀਜ਼ ਹੋਇਆ, ਜਿਵੇਂ ਆਪਾਂ ਨੇ ਉਹਦੇ ਵਿੱਚ ਕੀਤਾ ਸੀਗਾ ਜਿਹੜੀ ਸ਼ੋਪ ਫਿਲਮ ਵਾਲਾ ਕੀਤਾ ਸੀਗਾ ਜਿਹਦੇ ਵਿੱਚ ਮੈਟੈਲਿਕ ਵਾਇਰ ਹੁੰਦੀ ਸੀ, ਉਹਦੇ ਵਿੱਚ ਆਇਆ ਸੀ ਆਪਣੇ ਕੋਲ ਪੋਟੈਂਸ਼ੀਅਲ ਐਨਰਜੀ E=W ਅਤੇ ਉਹ ਕਿਹਦੇ ਇਕੁਅਲ ਸੀਗਾ S ਇੰਟੂ ਡੈਲਟਾ A ਸਰਫੇਸ ਏਰੀਆ। ਅਤੇ ਇਹਦੇ ਵਿੱਚ ਆ ਗਿਆ ਇਨਕਰੀਜ਼ ਇਨ ਸਰਫੇਸ ਏਰੀਆ ਡੈਲਟਾ A ਹੋ ਗਿਆ ਅਤੇ ਅਤੇ ਇਸ ਨਾਲ ਸਰਫੇਸ ਟੈਂਸ਼ਨ। ਅਤੇ ਇਨਕਰੀਜ਼ ਇਨ ਸਰਫੇਸ ਏਰੀਆ ਆਪਾਂ ਨੇ ਇੱਥੋਂ ਲੈ ਲੈਣਾ 8 ਪਾਈ r ਡੈਲਟਾ r ਅਤੇ ਸਰਫੇਸ ਟੈਂਸ਼ਨ ਹੈਗੀ ਆਪਣੇ ਕੋਲ, ਇਹਦੀ ਸਰਫੇਸ ਟੈਂਸ਼ਨ ਹੈ S ਦਾ ਡਰੋਪ ਇਜ਼ ਇਨ ਇਕੁਲੀਬਰੀਅਮ। ਇਹ ਡਰੋਪ ਕੀ ਹੈ ਇਕੁਲੀਬਰੀਅਮ ਦੇ ਵਿੱਚ ਹੁੰਦੇ, ਕਿਉਂਕਿ ਅੰਦਰਲੀ ਫੋਰਸ ਅਤੇ ਬਾਹਰਲੀ ਜਿਹੜੀ ਫੋਰਸ ਆ ਅੰਦਰ ਕਿਹੜੀ ਸਰਫੇਸ ਟੈਂਸ਼ਨ ਲੱਗ ਰਹੀ ਹੈ ਅਤੇ ਬਾਹਰ ਨੂੰ ਕੀ ਲੱਗ ਰਹੀ ਆ, ਉਹ ਪ੍ਰੈਸ਼ਰ ਕਰਕੇ ਲੱਗ ਰਹੀ ਆ, ਠੀਕ ਹੈ। ਕਿਉਂਕਿ ਪ੍ਰੈਸ਼ਰ ਅੰਦਰ ਜ਼ਿਆਦਾ ਬਾਹਰ ਘੱਟ ਆ ਤਾਂ ਉਹ ਕੀ ਹੋ ਜਾਣਗੇ ਕਾਊਂਟਰ ਬੈਲੈਂਸ ਹੋ ਜਾਣਗੇ, ਮਤਲਬ ਡਰੋਪ ਕੀ ਹੋ ਜੂਗੀ ਇਕੁਲੀਬਰੀਅਮ ਦੇ ਵਿੱਚ ਆ ਜੂਗੀ, ਠੀਕ ਹੈ। ਦਾ ਇਨਕਰੀਜ਼ ਇਨ ਪੋਟੈਂਸ਼ੀਅਲ ਐਨਰਜੀ ਇਜ਼ ਐਟ ਦਾ ਕੋਸਟ ਆਫ ਵਰਕ ਡਨ। ਜਿਹੜੀ ਇਨਕਰੀਜ਼ ਇਨ ਪੋਟੈਂਸ਼ੀਅਲ ਐਨਰਜੀ ਕੀ ਹੁੰਦੀ ਹੈ, ਉਹ ਵਰਕ ਡਨ ਹੁੰਦੀ ਹੈ ਬਾਏ ਦਾ ਐਕਸੈਸ ਪ੍ਰੈਸ਼ਰ। ਤਾਂ ਇਹ ਆਪਾਂ ਕੀ ਕਰਾਂਗੇ 11 ਅਤੇ 12 ਨੂੰ ਇਕੁਅਲ ਕਰ ਦਾਂਗੇ। ਵਰਕ ਡਨ ਕਿਹਦੇ ਇਕੁਅਲ ਆ, ਪੋਟੈਂਸ਼ੀਅਲ ਐਨਰਜੀ ਦੇ ਇਕੁਅਲ, ਇਹਨਾਂ ਦੋਵਾਂ ਨੂੰ ਇਕੁਅਲ ਕਰਾਂਗੇ ਤਾਂ ਆਪਣੇ ਕੋਲ ਕੀ ਆ ਜੂ ਪਾਈ r ਦੇ ਨਾਲ ਪਾਈ r ਕੱਟ ਜੂਗਾ, ਇੱਕ r ਇੱਥੇ ਰਹਿ ਜੂਗਾ, ਡੈਲਟਾ r ਨਾਲ ਡੈਲਟਾ r ਕੱਟ ਗਿਆ ਅਤੇ ਤਾਂ p ਕਿਹਦੇ ਇਕੁਅਲ ਆ 2s, ਇੱਥੇ 4 ਨੂੰ 8 ਨਾਲ ਜਿਹੜਾ ਹੈ ਕੱਟ ਦਾਂਗੇ ਤਾਂ ਕੀ ਆ ਜੂਗਾ 2s ਅਪੋਨ r ਅਤੇ p ਕੀ ਆ ਆਪਣੇ ਕੋਲ ਪੀ ਜਿਹੜਾ ਹੈਗਾ ਆਪਣੇ ਕੋਲ ਕੀ ਆ ਇਨੀਸ਼ੀਅਲ ਪ੍ਰੈਸ਼ਰ ਮਾਈਨਸ ਫਾਈਨਲ ਪ੍ਰੈਸ਼ਰ। ਤਾਂ ਆਪਣੇ ਕੋਲ ਕੀ ਆ ਜੂਗਾ ਪ੍ਰੈਸ਼ਰ ਕਿਹਦੇ ਕੋਲ ਹੈਗਾ 2s ਅਪੋਨ r, ਠੀਕ ਹੈ। r ਕੀ ਹੈ ਰੇਡੀਅਸ, s ਕੀ ਹੈਗਾ ਆਪਣੇ ਕੋਲ ਸਰਫੇਸ ਟੈਂਸ਼ਨ। ਤਾਂ ਮਤਲਬ ਜਿਹੜਾ ਪ੍ਰੈਸ਼ਰ ਆਇਆ ਉਹ ਕਿਹਦੇ ਕੋਲ ਆ ਗਿਆ 2s ਅਪੋਨ r, ਠੀਕ ਹੈ। ਇਹ ਹੈਗਾ ਐਕਸਪ੍ਰੈਸ਼ਨ ਫੋਰ ਐਕਸੈਸ ਪ੍ਰੈਸ਼ਰ ਇਨਸਾਈਡ ਏ ਲਿਕੁਇਡ ਡਰੋਪ। ਹੁਣ ਆਪਾਂ ਅੱਗੇ ਪੜ੍ਹਦੇ ਹਾਂ ਬੱਚੇ, ਸਮਝ ਆ ਗਿਆ। ਉਸ ਤੋਂ ਬਾਅਦ ਹੈਗਾ ਐਂਗਲ ਆਫ ਕੰਟੈਕਟ। ਐਂਗਲ ਆਫ ਕੰਟੈਕਟ ਦੇ ਵਿੱਚ ਕੀ ਆ, ਐਂਗਲ ਆਫ ਕੰਟੈਕਟ ਜਿਹੜਾ ਹੈਗਾ ਇਹਦੇ ਵਿੱਚ ਕੀ ਆ, ਇਹਦੇ ਵਿੱਚ ਆਪਣੇ ਕੋਲ 3 ਫੇਸ ਹੁੰਦੇ ਨੇ, ਇੰਟਰਫੇਸ ਹੁੰਦੇ ਨੇ। ਦਾ ਐਂਗਲ ਆਫ ਕੰਟੈਕਟ ਬਿਟਵੀਨ ਲਿਕੁਇਡ ਹੋ ਗਿਆ ਅਤੇ ਸੋਲਿਡ ਹੋ ਗਿਆ, ਇਹਨਾਂ ਦੋਨਾਂ ਦੇ ਵਿੱਚ ਹੁੰਦਾ। ਇਹ ਫੇਸ ਇੱਕ ਏਅਰ ਵੀ ਹੋ ਜਾਂਦੀ ਆ। ਤਾਂ ਐਂਗਲ ਆਫ ਕੰਟੈਕਟ ਬਿਟਵੀਨ ਲਿਕੁਇਡ ਐਂਡ ਸੋਲਿਡ ਇਨ ਕੰਟੈਕਟ ਇਜ਼ ਡਿਫਾਈਨਡ ਐਜ਼ ਐਂਗਲ ਇਨਕਲੋਜ਼ਡ ਬਿਟਵੀਨ ਟੇਂਜੈਂਟ ਟੂ ਦਾ ਲਿਕੁਇਡ ਸਰਫੇਸ ਐਟ ਦਾ ਪੁਆਇੰਟ ਆਫ ਕੰਟੈਕਟ ਐਟ ਦਾ ਸਰਫੇਸ ਸੋਲਿਡ ਸਰਫੇਸ ਇਨਸਾਈਡ ਦਾ ਲਿਕੁਇਡ ਇਨਸਾਈਡ ਦਾ ਲਿਕੁਇਡ। ਮਤਲਬ ਐਂਗਲ ਆਫ ਕੰਟੈਕਟ ਕਿਹਦੇ ਵਿੱਚ ਹੁੰਦਾ, ਲਿਕੁਇਡ ਅਤੇ ਸੋਲਿਡ ਦੇ ਵਿੱਚ ਹੁੰਦਾ। ਇਨ ਕੰਟੈਕਟ ਇਜ਼ ਡਿਫਾਈਨਡ ਐਜ਼ ਐਂਗਲ ਇਨਕਲੋਜ਼ਡ ਬਿਟਵੀਨ ਕਿਹਦੇ ਵਿੱਚ ਲੱਗਦਾ ਟੇਂਜੈਂਟ ਟੂ ਦਾ ਲਿਕੁਇਡ ਸਰਫੇਸ ਐਟ ਦਾ ਪੁਆਇੰਟ ਆਫ ਕੰਟੈਕਟ ਐਂਡ ਦਾ ਸੋਲਿਡ ਸਰਫੇਸ ਇਨਸਾਈਡ ਦਾ ਲਿਕੁਇਡ। ਮਤਲਬ ਲਿਕੁਇਡ ਅਤੇ ਸੋਲਿਡ ਦੇ ਵਿੱਚ ਇਹ ਪੁਆਇੰਟ ਆਫ ਕੰਟੈਕਟ ਹੁੰਦਾ, ਉਸਨੂੰ ਅਸੀਂ ਐਂਗਲ ਆਫ ਕੰਟੈਕਟ ਕਹਿੰਦੇ ਹਾਂ, ਜਿੱਥੇ ਉਹਨਾਂ ਦਾ ਕੰਟੈਕਟ ਹੁੰਦਾ। ਇਟ ਇਜ਼ ਡਿਨੋਟਡ ਬਾਈ ਥੀਟਾ। The value of angle of contact theta is different at interface of different pair of liquid ਦੇ ਵਾਸਤੇ ਡਿਫਰੈਂਟ ਹੁੰਦਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਨੇ, ਇੱਕ ਸਮਾਲ ਕੁਆਂਟਿਟੀ ਆਫ ਲਿਕੁਇਡ ਜਿਹੜੀ ਹੈਗੀ ਆ ਪੋਰ ਕਰਨੀ ਹੈ ਇੱਕ ਸੋਲਿਡ ਦੇ ਉੱਤੇ। ਇਟ ਮੇ ਟੇਕ ਏ ਸ਼ੇਪ ਆਫ ਡਰੋਪ ਔਰ ਸਪਰੈਡ ਔਨ ਦਾ ਸਰਫੇਸ ਆਫ ਸੋਲਿਡ। ਮਤਲਬ ਇੱਕ ਆਪਣੇ ਲਿਕੁਇਡ ਦੀ ਡਰੋਪ ਜਿਹੜੀ ਹੈਗੀ ਆ ਸਰਫੇਸ ਦੇ ਉੱਤੇ ਪਾਈ, ਠੀਕ ਆ। ਇਹ ਜਿਹੜੀ ਹੈਗੀ ਕਿਹਦੀ ਸ਼ੇਪ ਲੈ ਲਓ ਕਿ ਡਰੋਪ ਦੀ ਵੀ ਸ਼ੇਪ ਲੈ ਸਕਦੀ ਆ ਜਾਂ ਫਿਰ ਸਪਰੈਡ ਹੋ ਜੂਗੀ ਸਰਫੇਸ ਆਫ ਸੋਲਿਡ ਦੇ ਉੱਤੇ, ਠੀਕ ਹੈ।
ਤਾਂ ਆਪਣੇ ਕੋਲ 3 ਇੰਟਰਫੇਸ ਬਣਨਗੇ। ਮਤਲਬ ਜਦੋਂ ਆਪਾਂ ਕੋਈ ਵੀ ਲਿਕੁਇਡ ਡਰੋਪ ਜਿਹੜੀ ਹੈਗੀ ਆ ਉਹ ਸੋਲਿਡ ਦੇ ਉੱਤੇ ਪਾਉਣੀ ਆ ਤਾਂ ਜਾਂ ਤਾਂ ਇਹ ਡਰੋਪ ਦੀ ਸ਼ੇਪ ਦੇ ਵਿੱਚ ਉਹਦੇ ਉੱਤੇ ਜਾ ਕੇ ਗਿਰੂਗੀ, ਠੀਕ ਹੈ, ਜਾਂ ਫਿਰ ਉਹਦੇ ਉੱਤੇ ਸਪਰੈਡ ਹੋ ਜੂਗੀ। ਇਹਦੇ 3 ਇੰਟਰਫੇਸ ਹੁੰਦੇ ਨੇ, ਇੱਕ ਤਾਂ ਲਿਕੁਇਡ ਏਅਰ ਹੋ ਗਏ, 3 ਇੰਟਰਫੇਸ ਹੁੰਦੇ ਨੇ। ਐਂਗਲ ਜਿਹੜਾ ਬਣਦਾ ਉਹ ਦੋ ਦੇ ਵਿੱਚ ਬਣਦਾ, ਸੋਲਿਡ ਅਤੇ ਲਿਕੁਇਡ ਦੇ ਵਿੱਚ, ਠੀਕ ਹੈ। 3 ਇੰਟਰਫੇਸ ਜਿਵੇਂ ਲਿਕੁਇਡ ਅਤੇ ਏਅਰ ਹੋ ਗਈ, ਸੋਲਿਡ ਅਤੇ ਏਅਰ ਹੋ ਗਈ, ਜਾਂ ਫਿਰ ਸੋਲਿਡ ਅਤੇ ਲਿਕੁਇਡ ਹੋ ਗਏ, ਇਹ 3 ਇੰਟਰਫੇਸ ਬਣਦੇ ਨੇ। ਲੈਟ ਦਾ ਸਰਫੇਸ ਟੈਂਸਰ ਕਰਸਪੋਂਡਿੰਗ ਜਿਹੜੇ ਸਰਫੇਸ ਟੈਂਸਰ ਹੁੰਦੀ ਹੈ ਇਹਨਾਂ ਤਿੰਨਾਂ ਇੰਟਰਫੇਸ ਦੇ ਕੋਲ ਜਿਹੜੇ ਪਹਿਲਾਂ ਹੋ ਗਈ ਲਿਕੁਇਡ ਏਅਰ ਤਾਂ ਉਹਦੀ ਸਰਫੇਸ ਟੈਂਸ਼ਨ ਹੈਗੀ ਹੈ SLA, ਫਿਰ ਸੋਲਿਡ ਏਅਰ ਹੋ ਗਈ SSA, ਅਤੇ ਲਿਕੁਇਡ ਅਤੇ ਸੋਲਿਡ ਦੇ ਵਿੱਚ ਹੋ ਗਈ ਹੈ SSL ਰਿਸਪੈਕਟਿਵਲੀ, ਐਕਟਿੰਗ ਅਲੋਂਗ ਦਾ ਡਾਇਰੈਕਸ਼ਨ ਆਫ ਇਨ ਦਾ ਸ਼ੋ। ਥੀਟਾ ਕੀ ਹੈ, ਐਂਗਲ ਆਫ ਕੰਟੈਕਟ ਆ ਬਿਟਵੀਨ ਲਿਕੁਇਡ ਐਂਡ ਦਾ ਸੋਲਿਡ। ਇੱਧਰ ਨੂੰ ਕੀ ਹੋ ਰਹੀ ਹੈ SLA ਆ, ਇੱਧਰ SSA ਆ, ਇੱਧਰ ਕੀ ਹੋ ਗਿਆ SSL। ਇਹ ਜਿਹੜਾ ਐਂਗਲ ਥੀਟਾ ਜਿਹੜਾ ਹੈਗਾ ਇਹ ਕੀ ਹੁੰਦਾ, ਪੁਆਇੰਟ ਆਫ ਕੰਟੈਕਟ ਹੁੰਦਾ ਬਿਟਵੀਨ ਲਿਕੁਇਡ ਐਂਡ ਸੋਲਿਡ। ਉਸ ਤੋਂ ਬਾਅਦ SLA ਜਿਹੜਾ ਹੁੰਦਾ ਲਿਕੁਇਡ ਅਤੇ ਏਅਰ ਦੇ ਵਿੱਚ ਜਿਹੜਾ ਆਪਣੇ ਕੋਲ ਸਰਫੇਸ ਟੈਂਸ਼ਨ ਆ ਉਹਨੂੰ ਆਪਾਂ ਮਤਲਬ ਆਪਾਂ ਰਿਜ਼ੋਲਵ ਕਰ ਦਿੰਦੇ ਹਾਂ ਦੋ ਦੇ ਵਿੱਚ ਕੰਪੋਨੈਂਟ ਦੇ ਵਿੱਚ, ਰੈਕਟੈਂਗੂਲਰ ਕੰਪੋਨੈਂਟ ਦੇ ਵਿੱਚ। ਇੱਕ SLA cos ਥੀਟਾ, ਇਹ ਜਿਹੜੀ ਹੈਗੀ ਆ ਇਹ ਐਕਟ ਕਰਦੀ ਆ ਅਲੋਂਗ ਦਾ ਸੋਲਿਡ ਸਰਫੇਸ ਦੇ ਅਲੋਂਗ ਐਕਟ ਕਰਦੀ ਆ, ਅਤੇ ਇੱਕ ਜਿਹੜੀ SLA sin ਥੀਟਾ ਉਹ ਐਕਟ ਕਰਦੀ ਆ ਪਰਪੈਂਡੀਕੂਲਰ, ਇਸ 'ਤੇ ਜਿਹੜਾ ਹੈਗਾ ਪਰਪੈਂਡੀਕੂਲਰ ਐਕਟ ਕਰਦੀ ਆ। ਐਜ਼ ਦਾ ਲਿਕੁਇਡ ਔਨ ਦਾ ਸੋਲਿਡ ਸਰਫੇਸ ਜਿਹੜਾ ਹੈਗਾ ਰੈਸਟ ਦੇ ਆ, ਦੇਅਰਫੋਰ ਮੋਲੀਕੂਲ ਇਨ ਦਿਸ ਰੀਜਨ ਵੇਅਰ ਦਾ 3 ਇੰਟਰਫੇਸ ਮੀਟ, ਉਹ ਕੀ ਹੁੰਦੇ ਨੇ ਕਿਉਂਕਿ ਇਹ ਰੈਸਟ ਦੇ ਉੱਤੇ ਹੁੰਦਾ, ਇੱਥੇ ਤਿੰਨੇ ਇੰਟਰਫੇਸ ਜਿਹੜੇ ਨੇ ਮੀਟ ਕਰਦੇ ਨੇ, ਉਹ ਕੀ ਆ ਮੀਟ ਕਰਦੇ ਨੇ, ਤਾਂ ਸੋਲਿਡ ਕੀ ਹੁੰਦਾ ਉਹ ਇਕੁਇਲਿਬਰੀਅਮ ਦੇ ਉੱਤੇ ਜਾ ਕੇ ਮੀਟ ਕਰਦੇ ਨੇ, ਠੀਕ ਹੈ। ਇਟ ਮੀਨਸ ਨੈਟ ਫੋਰਸ ਐਕਟਿੰਗ ਔਨ ਦੈਮ ਕੀ ਹੁੰਦੀ ਹੈ 0, ਅਤੇ ਇਕੁਇਲਿਬਰੀਅਮ ਦੇ ਉੱਤੇ ਕੀ ਹੁੰਦਾ SSL, ਮਤਲਬ SSL ਜਿਹੜਾ ਹੈਗਾ ਅਤੇ SLA cos ਥੀਟਾ, ਇਹ ਦੋਨੇ ਕੀ ਹੁੰਦੇ ਨੇ ਸੇਮ ਮਤਲਬ ਸੇਮ ਸਰਫੇਸ ਦੇ ਉੱਤੇ ਜਿਹੜਾ ਹੈਗਾ ਐਕਟ ਕਰਦੇ ਨੇ ਅਲੋਂਗ ਦਾ ਸੋਲਿਡ ਸਰਫੇਸ। ਤਾਂ ਕਰਕੇ SSL ਅਤੇ ਜਿਹੜਾ ਹੁੰਦਾ ਇੱਕ ਜਿਹੜਾ ਇਹਦਾ ਕੰਪੋਨੈਂਟ ਆ SLA ਦਾ ਉਹ ਵੀ ਇੱਧਰ ਨੂੰ ਹੁੰਦਾ, ਅਤੇ ਸਾਈਨ cos ਥੀਟਾ ਵਾਲਾ ਇੱਧਰ ਨੂੰ ਹੀ ਹੁੰਦਾ ਇਸ ਸਰਫੇਸ ਦੇ ਉੱਤੇ, ਅਤੇ ਸਾਈਨ ਥੀਟਾ ਵਾਲਾ ਇੱਧਰ ਨੂੰ ਹੁੰਦਾ। ਤਾਂ SSL ਅਤੇ SLA cos ਥੀਟਾ ਇਜ਼ ਇਕੁਅਲ ਟੂ SSA। ਤਾਂ cos ਥੀਟਾ ਦੀ ਵੈਲਿਊ ਕੀ ਆ ਗਈ SSA, SL ਜਿਹੜਾ ਇੱਧਰ ਚਲਾ ਗਿਆ ਅਪੋਨ LA, ਠੀਕ ਹੈ। ਜੇ ਆਪਣੇ ਕੋਲ ਇਹ ਵਾਲਾ ਚੀਜ਼ ਬਸ ਹੋ ਜੇ SSL ਜਿਹੜੇ ਹੈਗੇ ਆ SSA ਸੋਲਿਡ ਲਿਕੁਇਡ ਜਿਹੜਾ ਹੈਗਾ ਸੋਲਿਡ ਏਅਰ ਤੋਂ ਜਿਹੜੀ ਹੈਗੀ ਸਰਫੇਸ ਟੈਂਸ਼ਨ ਜਿਹੜੀ ਆ ਜ਼ਿਆਦਾ ਹੋ ਜੇ, ਸੋਲਿਡ ਅਤੇ ਲਿਕੁਇਡ ਦੀ ਸਰਫੇਸ ਟੈਂਸ਼ਨ ਸੋਲਿਡ ਅਤੇ ਏਅਰ ਦੇ ਵਿਚਕਾਰ ਜਿਹੜੀ ਸਰਫੇਸ ਟੈਂਸ਼ਨ ਜ਼ਿਆਦਾ ਹੁੰਦੀ ਆ, ਤਾਂ cos ਥੀਟਾ ਕੀ ਹੋ ਜਾਊਗਾ ਨੈਗੇਟਿਵ ਹੋ ਜਾਊਗਾ, ਕਿਉਂਕਿ ਇਹ ਵੱਡਾ ਤਾਂ ਨੈਗੇਟਿਵ ਦੀ ਵੈਲਿਊ ਆ ਜਾਊਗੀ, ਅਤੇ ਥੀਟਾ ਕੀ ਆ ਗ੍ਰੇਟਰ ਦੈਨ 90। ਜਦੋਂ cos ਥੀਟਾ ਦੀ ਵੈਲਿਊ ਨੈਗੇਟਿਵ ਕੀ ਹੁੰਦਾ ਥੀਟਾ ਤੋਂ ਜ਼ਿਆਦਾ ਐਂਗਲ ਹੋਊਗਾ ਤਾਂ ਹੀ ਹੁੰਦੀ ਆ, ਮਤਲਬ ਇਹ ਅਬਟਿਊਸ ਐਂਗਲ ਬਣ ਜਾਊਗਾ। ਇਨ ਦਿਸ ਕੇਸ ਮੋਲੀਕੂਲ ਆਫ ਲਿਕੁਇਡ ਆਰ ਅਟਰੈਕਟਡ ਸਟਰੋਂਗਲੀ ਟੂ ਦੈਮਸੈਲਵ। ਇਹਦੇ ਵਿੱਚ ਕੀ ਹੋਊਗਾ ਜਿਹੜੇ ਲਿਕੁਇਡ ਦੇ ਵਿੱਚ ਸਟਰੋਂਗਲੀ ਬੌਂਡ ਬਣੂਗਾ, ਮਤਲਬ ਅਡੈਸਿਵ ਫੋਰਸ ਹੋਊਗੀ ਇਹਨਾਂ ਦੇ ਵਿੱਚ, ਅਤੇ ਸੋਲਿਡ ਨਾਲ ਜਿਹੜਾ ਹੈਗਾ ਵੀਕਲੀ ਫੋਰਸ ਹੋਊਗਾ, ਅਤੇ ਲੋਟ ਆਫ ਐਨਰਜੀ ਰਿਕੁਆਇਰਡ ਹੋਊਗੀ। ਜੇ ਆਪਾਂ ਨੇ ਲਿਕੁਇਡ 'ਤੇ ਮਤਲਬ ਇਹਦੇ ਵਿੱਚ ਜਦੋਂ cos ਥੀਟਾ ਜਿਹੜਾ ਹੈਗਾ 90 ਤੋਂ ਜ਼ਿਆਦਾ ਆ, ਮਤਲਬ ਅਬਟਿਊਸ ਐਂਗਲ ਬਣ ਰਿਹਾ, ਤਾਂ ਜਿਹੜੀ ਸੋਲਿਡ ਅਤੇ ਲਿਕੁਇਡ ਦੇ ਵਿੱਚ ਬੌਂਡ ਬਣਾਉਣਾ ਔਖਾ ਅਤੇ ਬਹੁਤ ਜ਼ਿਆਦਾ ਐਨਰਜੀ ਖਰਚ ਹੁੰਦੀ ਹੈ। ਲਿਕੁਇਡ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਫੋਰਸ ਬੌਂਡ ਐਂਗਲ ਜਿਹੜਾ ਹੈਗਾ ਸਟਰੋਂਗ ਹੁੰਦਾ, ਜਿਹੜਾ ਐਂਗਲ ਬਣਦਾ ਮਤਲਬ ਆਪਸ ਦੇ ਵਿੱਚ ਜਿਹੜੇ ਨੇ ਉਹ ਸਟਰੋਂਗਲੀ ਅਟੈਚ ਹੋਏ ਹੁੰਦੇ ਨੇ ਆਪਸ ਦੇ ਵਿੱਚ, ਅਤੇ ਅਡੈਸਿਵ ਫੋਰਸ ਜਿਹੜੀ ਹੈਗੀ ਆ ਉਹਦੇ ਵਿੱਚ ਐਕਟ ਕਰਦੀ ਆ, ਠੀਕ ਹੈ। ਅਤੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਲਿਕੁਇਡ ਹੁੰਦਾ ਉਹ ਜਿਹੜਾ ਹੈਗਾ ਡਜ਼ ਨੋਟ ਬੈਟ ਦਾ ਸੋਲਿਡ, ਉਹ ਸੋਲਿਡ ਨੂੰ ਬੈਟ ਨਹੀਂ ਕਰਦਾ। ਇਟ ਹੈਪਨਸ ਫੋਰ ਵਾਟਰ, ਜਿਵੇਂ ਔਨ ਓਇਲੀ ਸਰਫੇਸ, ਜਿਵੇਂ ਵਾਟਰ ਨੂੰ ਆਪਾਂ ਪਾ ਦਈਏ ਓਇਲੀ ਸਰਫੇਸ ਦੇ ਉੱਤੇ ਜਾਂ ਵੈਕਸ ਦੇ ਉੱਤੇ, ਠੀਕ ਹੈ, ਜਾਂ ਫਿਰ ਮਰਕਰੀ ਔਨ ਗਲਾਸ ਸਰਫੇਸ ਦੇ ਉੱਤੇ। ਇਸ ਤਰ੍ਹਾਂ ਦੇ ਜਿਹੜੇ ਲਿਕੁਇਡ ਹੁੰਦੇ ਨੇ ਜਿਵੇਂ ਓਇਲੀ ਸਰਫੇਸ, ਵੈਕਸ ਹੋ ਗਿਆ, ਮਰਕਰੀ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਲਿਕੁਇਡ ਹੁੰਦੇ ਨੇ ਉਹ ਮਤਲਬ ਉਹ ਕੀ ਕਰਦੇ ਨੇ, ਉਹ ਜਿਹੜੇ ਨੇ ਮਤਲਬ ਉਹਨਾਂ ਦੇ ਵਿੱਚ ਅਡੈਸਿਵ ਫੋਰਸ ਹੁੰਦੀ ਆ, ਉਹ ਜਿਹੜੇ ਹੈਗੇ ਨੇ ਉਹ ਸੋਲਿਡ ਨਾਲ ਜਿਹੜੀ ਹੈਗੀ ਆ ਜਿਹੜਾ ਇੰਨੀ ਸਟਰੋਂਗਲੀ ਅਟੈਚ ਨਹੀਂ ਹੁੰਦੀ, ਵੀਕਲੀ ਬੌਂਡ ਬਣਾਉਂਦੇ ਨੇ। ਜੇਕਰ ਉਹਨਾਂ ਨੂੰ ਮਤਲਬ ਅਟੈਚ ਕਰਾਉਣਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਵਰਕ ਕਰਨਾ ਪਊਗਾ, ਅਤੇ ਉਹਦੇ ਨਾਲ ਅਟੈਚ ਨਹੀਂ ਹੁੰਦੇ ਹੈਗੇ, ਠੀਕ ਹੈ ਜੀ।